सत श्री अकाल जी दा खालस टीवी धर्म राही सानू देख रहे सारे दर्शकों का बहुत बहुत स्वागत है। पंजाब भारत ਅਤੇ दुनिया भर के ऑडियो प्राइम टाइम ਦੇ ਵਿੱਚ मैं हरशरण कौर बुलेटिन ਦੇ ਵਿੱਚ ਦੱਸਾਂਗੇ। पंजाब ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਅਸਰ ਘਟਿਆ ਜਾਂ ਫਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ। ਆਪਣੇ ਆਪ ਨੂੰ ਸਸਪੈਂਡ ਉਹਨਾਂ ਨੂੰ ਕਰਨ ਦੀ ਮੰਗ ਕੌਣ ਕਰ ਰਿਹਾ ਹੈ? ਜ਼ਹਿਰੀਲੀ ਸ਼ਰਾਬ ਪੀਣ ਦੇ ਮਸਲੇ ਦੇ ਵਿੱਚ ਕਿਹੜੇ-ਕਿਹੜੇ ਵੱਡੇ ਖੁਲਾਸੇ ਹੋਏ ਨੇ? ਤਾਰ ਕਿਵੇਂ ਤੇ ਕਿੱਥੋਂ ਜੁੜੇ ਹੋਏ ਸੀ? ਜ਼ਹਿਰੀਲੀ ਸ਼ਰਾਬ ਜ਼ਹਿਰੀਲੀ ਕਿਵੇਂ ਬਣਾਈ ਗਈ? ਕੀ ਅਜਿਹਾ ਮਿਲਾਇਆ ਗਿਆ ਸ਼ਰਾਬ ਦੇ ਵਿੱਚ ਕਿ ਲੋਕ ਅੰਨੇ ਹੋ ਕੇ ਮਰ ਰਹੇ ਨੇ? ਕਿਹੜੀ ਪਾਰਟੀ ਨੇ ਸੂਬਾ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ? ਇਸ ਪੂਰੇ ਦੁਖਾਂਤ ਦੇ ਵਿਰੋਧ ਦੇ ਵਿੱਚ ਕਿੱਥੇ ਹਜ਼ਾਰਾਂ ਲੀਟਰ ਲਾਣ ਫੜਿਆ ਗਿਆ, ਕਿੱਥੇ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਫੜੀ ਗਈ ਹੈ? ਕਿਹੜੇ ਜਥੇਦਾਰ ਸਾਹਿਬ ਕੋਰੋਨਾ ਵਾਇਰਸ ਤੋਂ ਪੀੜਿਤ ਹੋ ਗਏ ਨੇ? ਪੰਜਾਬ ਦੀਆਂ ਖਬਰਾਂ ਦੇ ਨਾਲ-ਨਾਲ ਪੂਰੇ ਭਾਰਤ ਦੀਆਂ ਖਬਰਾਂ ਵੀ ਦੱਸਾਂਗੇ। ਕਿਹੜੇ ਸੂਬੇ ਦੇ ਵਿੱਚ ਕਿਹੜੀ ਕੈਬਨਿਟ ਮੰਤਰੀ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ ਹੈ ਤੇ ਦੇਸ਼ ਦੇ ਸਿਹਤ ਮੰਤਰੀ ਵੀ ਕੋਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਨੇ। ਯੂਕੇ ਜਾਣ ਵਾਲੇ ਜ਼ਰਾ ਕੋ ਪੰਜਾਬ ਦੇ ਠੱਗ ਏਜੰਟਾਂ ਤੋਂ ਬਚ ਕੇ ਰਹੋ। ਕਿਵੇਂ ਧੋਖਾਧੜੀ ਹੁੰਦੀ ਹੈ ਤੁਹਾਡੇ ਨਾਲ, ਇਹ ਸਾਰਾ ਦੱਸਾਂਗੇ। ਆਸਟ੍ਰੇਲੀਆ ਮੁਲਕ ਦੇ ਵਿੱਚ ਕਿਹੜੇ ਸੂਬੇ ਨੂੰ ਡਿਜ਼ਾਸਟਰ ਸਟੇਟ ਐਲਾਨ ਦਿੱਤਾ ਗਿਆ ਤੇ ਕਿਉਂ ਐਲਾਨ ਦਿੱਤਾ ਗਿਆ? ਸਾਰੀਆਂ ਖਬਰਾਂ ਦਾ ਵਿਸਤਾਰ ਦੱਸਾਂਗੇ। ਪਹਿਲਾਂ ਕੋਰੋਨਾ ਵਾਇਰਸ ਦੀ ਅਪਡੇਟ ਜਾਣ ਲੈਂਦੇ ਹਾਂ। ਪੂਰੀ ਦੁਨੀਆ ਦੀ ਗੱਲ ਕਰ ਲਈਏ ਤਾਂ ਵਾਇਰਸ ਦੇ ਮਾਮਲੇ ਵੱਧ ਕੇ 1 ਕਰੋੜ 78 ਲੱਖ ਪਹੁੰਚ ਚੁੱਕੇ ਨੇ। ਵਾਇਰਸ ਕਾਰਨ 6,85,179 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਸਭ ਤੋਂ ਪਹਿਲੇ ਨੰਬਰ ਤੇ ਹੈ, ਦੂਸਰੇ ਨੰਬਰ ਤੇ ਬ੍ਰਾਜ਼ੀਲ, ਉਸ ਤੋਂ ਬਾਅਦ ਭਾਰਤ ਦੀ ਵਾਰੀ ਆਉਂਦੀ ਹੈ। ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 54,736 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਦੇਸ਼ ਭਰ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 853 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਦੀ ਗੱਲ ਕਰ ਲਈਏ ਤਾਂ ਪੂਰੇ ਪੰਜਾਬ ਦੇ ਵਿੱਚ ਕੁੱਲ ਪੋਜ਼ਿਟਿਵ ਕੇਸਾਂ ਦੀ ਗਿਣਤੀ 17,000 ਤੋਂ ਵੱਧ ਹੋ ਚੁੱਕੀ ਹੈ। 11,000 ਤੋਂ ਵੱਧ ਲੋਕ ਠੀਕ ਹੋ ਚੁੱਕੇ ਨੇ ਤੇ ਮੌਤਾਂ ਦੀ ਗਿਣਤੀ 400 ਨੂੰ ਪਾਰ ਕਰ ਗਈ ਹੈ। 1 ਅਗਸਤ ਨੂੰ ਮੌਤਾਂ ਦੀ ਗਿਣਤੀ ਦੇ ਮਾਮਲੇ ਦੇ ਵਿੱਚ ਪੰਜਾਬ ਵਿੱਚ ਵੀ ਰਿਕਾਰਡ ਕਾਇਮ ਹੋਇਆ, ਜਦੋਂ ਇੱਕ ਦਿਨ ਦੇ ਵਿੱਚ 19 ਵਿਅਕਤੀਆਂ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋ ਗਈ। ਪੰਜਾਬ ਦੀਆਂ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਮੌਸਮ ਦਾ ਹਾਲ ਜਾਣ ਲੈਂਦੇ ਹਾਂ ਕਿ 3 ਅਗਸਤ ਨੂੰ ਪੰਜਾਬ ਦੇ ਵਿੱਚ ਮੌਸਮ ਕਿਵੇਂ ਦਾ ਰਹੇਗਾ। ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੇ ਘੱਟ ਤੋਂ ਘੱਟ 28 ਡਿਗਰੀ ਰਹੇਗਾ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਮੌਸਮ ਸਾਫ਼ ਰਹੇਗਾ। ਬਠਿੰਡਾ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਫਿਰੋਜ਼ਪੁਰ, ਬਰਨਾਲਾ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਦਾ ਅਨੁਮਾਨ ਲਾਇਆ ਗਿਆ। ਗੁਰਦਾਸਪੁਰ ਤੇ ਫਰੀਦਕੋਟ ਦੇ ਵਿੱਚ ਤਿੱਖੀ ਧੁੱਪ ਰਹੇਗੀ, ਤਾਪਮਾਨ ਵਧਿਆ ਰਹੇਗਾ। ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਸਭ ਲਈ ਇੱਕ ਸਵਾਲ ਹੈ ਕਿ ਕੀ ਜ਼ਹਿਰੀਲੀ ਸ਼ਰਾਬ ਜਾਂ ਕੋਈ ਵੀ ਨਸ਼ਾ ਸਰਕਾਰ ਦੀ ਸ਼ਹਿ ਤੋਂ ਬਿਨਾਂ ਬਣ ਸਕਦਾ ਹੈ ਜਾਂ ਵਿਕ ਸਕਦਾ ਹੈ? ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਜ਼ਰੂਰ ਸਾਨੂੰ ਜਵਾਬ ਭੇਜਿਓ। ਮੈਸੇਜ ਬਾਕਸ ਦੇ ਵਿੱਚ ਲਿਖ ਦਿਓ ਜਾਂ ਫਿਰ ਸਾਡਾ ਜੋ ਨੰਬਰ ਹੈ ਉਸ ਤੇ ਤੁਸੀਂ ਮੈਸੇਜ ਕਰ ਸਕਦੇ ਹੋ। ਤਰਨਤਾਰਨ ਤੋਂ ਖਬਰ ਆਈ 1 ਅਗਸਤ ਨੂੰ 3,75,000 ਮਿਲੀਲੀਟਰ ਨਾਜਾਇਜ਼ ਸ਼ਰਾਬ, 16,750 ਮਿਲੀਲੀਟਰ ਐਲਕੋਹਲ ਤੇ 4,410 ਲੀਟਰ ਲਾਣ ਬਰਾਮਦ ਕੀਤਾ ਹੈ ਪੁਲਿਸ ਨੇ। ਸੋਸ਼ਲ ਮੀਡੀਆ ਦੇ ਉੱਤੇ ਜ਼ਬਰਦਸਤ ਤਰੀਕੇ ਦੇ ਨਾਲ ਇਸ ਬਾਰੇ ਚਰਚਾ ਚੱਲ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਇੱਕ ਫੇਸਬੁੱਕ ਗਰੁੱਪ ਹੈ ਜਿਸ ਨੇ ਲਿਖਿਆ ਹੈ, ਜ਼ਹਿਰੀਲੀ ਸ਼ਰਾਬ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਾ ਬਣ ਸਕਦੀ ਹੈ ਨਾ ਵਿਕ ਸਕਦੀ ਹੈ। ਜੋ ਹੁਣ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਨੇ, ਮੌਤਾਂ ਤੋਂ ਬਾਅਦ ਸਰਕਾਰ ਵੱਲੋਂ ਕੁਝ ਅਫਸਰਾਂ ਨੂੰ ਬਰਖਾਸਤ ਕਰ ਦੇਣਾ ਮਹਿਜ਼ ਡਰਾਮਾ ਹੈ। ਤੁਹਾਨੂੰ ਯਾਦ ਹੋਵੇਗਾ ਕੁਝ ਸਮਾਂ ਪਹਿਲਾਂ ਘਨੌਰ ਵਿਖੇ ਨਾਜਾਇਜ਼ ਸ਼ਰਾਬ ਬਣਾਉਣ ਦੀ ਫੈਕਟਰੀ ਫੜੀ ਗਈ ਜਿਸ ਵਿੱਚ 2 MLAs ਦਾ ਨਾਮ ਬੋਲਦਾ ਸੀ। ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਦੇ ਨਾਮ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਢੋਟੀਆਂ ਦੇ ਰਸ਼ਪਾਲ ਤੇ ਗੁਰਪਾਲ ਦਾ ਨਾਮ ਮੂਹਰੇ ਤੌਰ ਤੇ ਸਾਹਮਣੇ ਆਇਆ ਸੀ। ਇਹ ਦੋਵੇਂ ਬਹੁਤ ਲੰਬੇ ਸਮੇਂ ਤੋਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਆ ਰਹੇ ਨੇ। ਕੋਈ ਸਰਕਾਰ ਹੋਵੇ, ਇਹ ਦੋਵੇਂ ਸਰਕਾਰ ਦੇ ਖਾਸ ਹੁੰਦੇ ਨੇ। ਇਸ ਤੋਂ ਸਪਸ਼ਟ ਹੈ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਸ਼ਾ ਨਾ ਬਣ ਸਕਦਾ ਹੈ ਨਾ ਵਿਕ ਸਕਦਾ ਹੈ। ਸੋ ਇਹ ਜਿਹੜੀ ਪੋਸਟ ਪਾ ਕੇ ਇੱਕ ਸੋਸ਼ਲ ਮੀਡੀਆ ਪੇਜ ਦੇ ਉੱਤੇ ਉਹਨਾਂ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਰਸ਼ਪਾਲ ਤੇ ਗੁਰਪਾਲ ਦੀਆਂ, ਜਿਹੜੇ ਕਿ ਪਿੰਡ ਢੋਟੀਆਂ ਦੇ ਰਹਿਣ ਵਾਲੇ ਨੇ। ਤੇ ਜ਼ਹਿਰੀਲੀ ਸ਼ਰਾਬ ਦਾ ਅਸਰ ਹਾਲੇ ਤੱਕ ਘਟਿਆ ਨਹੀਂ ਹੈ। 2 ਅਗਸਤ ਨੂੰ ਸ਼ਾਮ 5 ਵਜੇ ਤੱਕ ਮੌਤਾਂ ਦਾ ਅੰਕੜਾ 98 ਤੱਕ ਪਹੁੰਚ ਚੁੱਕਿਆ ਸੀ। ਤਰਨਤਾਰਨ ਜ਼ਿਲ੍ਹੇ ਵਿੱਚ 12 ਹੋਰ ਲੋਕਾਂ ਦੀ ਮੌਤ ਦੇ ਨਾਲ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 98 ਹੋ ਗਈ ਹੈ। ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਿਰਫ ਤਰਨਤਾਰਨ ਦੇ ਵਿੱਚ ਹੀ ਮਰਨ ਵਾਲਿਆਂ ਦੀ ਗਿਣਤੀ ਕੁੱਲ 75 ਹੋ ਗਈ ਹੈ। ਇਸ ਮਾਮਲੇ ਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਹਾਲਾਂਕਿ ਕੇਸ ਦੇ ਵਿੱਚ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਹੈ। ਜ਼ਹਿਰੀਲੀ ਸ਼ਰਾਬ ਦੇ ਭੇਜੇ ਗਏ ਨਮੂਨਿਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ, ਪਰ ਸ਼ਰਾਬ ਦੇ ਵਿੱਚ ਰੰਗ ਰੋਗਨ ਲਈ ਵਰਤੀ ਜਾਂਦੀ
ਲਿਆਂਦੀ ਸਪਿਰਿਟ ਮਿਲੇ ਹੋਣ ਦਾ ਖਦਸ਼ਾ ਹੈ। ਪੁਲਿਸ ਨੇ ਤਰਨਤਾਰਨ ਦੇ ਪਿੰਡ ਮੁੱਛਲ ਦੇ ਵਿੱਚ ਸ਼ਰਾਬ ਵੇਚਣ ਵਾਲੀ ਔਰਤ ਬਲਵਿੰਦਰ ਕੌਰ ਨੂੰ ਇਹ ਜ਼ਹਿਰੀਲੀ ਸ਼ਰਾਬ ਸਪਲਾਈ ਕਰਨ ਵਾਲੇ ਗੋਬਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ। ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਐਸਪੀ ਗੌਰਵ ਤੂਰ ਨੇ ਦੱਸਿਆ ਕਿ ਪੜਤਾਲ ਦੌਰਾਨ ਇਹ ਪਤਾ ਲੱਗਿਆ ਕਿ ਗੋਬਿੰਦਰ ਤੇ ਮਿੱਠੂ ਨੇ ਇਹ ਸ਼ਰਾਬ ਤਰਨਤਾਰਨ ਤੋਂ ਲਿਆਂਦੀ ਸੀ ਤੇ ਬਲਵਿੰਦਰ ਕੌਰ ਨੂੰ ਸਪਲਾਈ ਕੀਤੀ ਸੀ ਤੇ ਫਿਰ ਇਸ ਸ਼ਰਾਬ ਨੂੰ ਛੋਟੇ-ਛੋਟੇ ਪੈਕਟਾਂ ਵਿੱਚ 20 ਤੋਂ 30 ਰੁਪਏ ਪ੍ਰਤੀ ਪੈਕਟ ਦੇ ਰੂਪ ਵਿੱਚ ਵੇਚਿਆ ਜਾਂਦਾ ਸੀ। ਜਾਂਚ ਅਧਿਕਾਰੀ ਕਹਿੰਦੇ ਨੇ ਕਿ ਸ਼ਰਾਬ ਦੇ ਵਿੱਚ ਕੀ ਸੀ ਇਸ ਦਾ ਪਤਾ ਤਾਂ ਟੈਸਟ ਤੋਂ ਬਾਅਦ ਹੀ ਲੱਗੇਗਾ, ਪਰ ਅਜਿਹੀ ਨਕਲੀ ਸ਼ਰਾਬ ਵਿੱਚ ਵਧੇਰੇ ਮੈਥਨੋਲ ਦੀ ਵਰਤੋਂ ਹੁੰਦੀ ਹੈ ਜੋ ਮਨੁੱਖੀ ਸਰੀਰ ਲਈ ਬਹੁਤ ਘਾਤਕ ਹੁੰਦੀ ਹੈ। ਇਸ ਦੀ ਸਿੱਧੀ ਵਰਤੋਂ ਨਾਲ ਮਨੁੱਖ ਅੰਨਾ ਹੋ ਸਕਦਾ ਹੈ ਤੇ ਜਾਨ ਵੀ ਜਾ ਸਕਦੀ ਹੈ। ਆਬਕਾਰੀ ਵਿਭਾਗ ਨੇ ਵੀ ਕਿਹਾ ਕਿ ਇਸ ਸ਼ਰਾਬ ਦੇ ਵਿੱਚ ਰੰਗ ਰੋਗਨ ਲਈ ਵਰਤੀ ਜਾਂਦੀ ਸਪਿਰਿਟ ਹੋਣ ਦਾ ਖਦਸ਼ਾ ਹੈ। ਪੰਜਾਬ ਦੇ ਵਿੱਚ ਸ਼ਰਾਬ ਤਸਕਰੀ ਦੀ ਪੋਲ ਹੈ ਜਿਹੜੀ ਹੁਣ ਖੁੱਲ ਰਹੀ ਹੈ। ਵੱਡੇ ਖੁਲਾਸੇ ਨਜਾਇਜ਼ ਸ਼ਰਾਬ ਦੇ ਰੈਕਟਾਂ ਨੂੰ ਲੈ ਕੇ ਹੋ ਰਹੇ ਨੇ। ਹੁਣ ਖੁਲਾਸਾ ਇਹ ਹੋਇਆ ਕਿ ਸੂਬੇ ਦੇ ਨਾਲ ਲੱਗਦੀ ਹਰਿਆਣਾ ਦੀ ਅੰਤਰਰਾਜੀ ਸਰਹੱਦ ਤੋਂ ਲੈ ਕੇ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੱਕ ਇਹ ਪੂਰਾ ਜਾਲ ਫੈਲਿਆ ਹੋਇਆ ਹੈ। ਸ਼ਨੀਵਾਰ ਨੂੰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ। ਕਾਰਵਾਈ 'ਚ ਗੱਲ ਸਾਹਮਣੇ ਆਈ ਕਿ ਤਰਨਤਾਰਨ, ਅੰਮ੍ਰਿਤਸਰ ਤੇ ਬਟਾਲਾ ਵਿੱਚ ਲੋਕਾਂ ਦੀਆਂ ਹੋਈਆਂ ਮੌਤਾਂ ਦਾ ਸਮਾਨ 5 ਜ਼ਿਲ੍ਹਿਆਂ ਦੇ ਵਿੱਚੋਂ ਹੋ ਕੇ ਲੰਘਿਆ, ਪਰ ਰਾਹ ਵਿੱਚ ਕੋਈ ਵੀ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ। ਇੱਕ ਵੱਡਾ ਸਵਾਲ ਹੈ, ਇੱਕ ਵੱਡੀ ਚਪੇੜ ਹੈ ਸੂਬੇ ਦੇ ਪੁਲਿਸ ਪ੍ਰਸ਼ਾਸਨ ਤੇ। ਤਸਕਰਾਂ ਦਾ ਇੱਕ ਗਰੋਹ ਪੰਜਾਬ ਭਰ ਦੇ ਵਿੱਚ ਫੈਲਿਆ ਹੋਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਰਿਆ ਤੇ ਖੇਤਾਂ ਦੇ ਵਿੱਚ ਭੱਠੇ ਲਾ ਕੇ ਸ਼ਰਾਬ ਕੱਢੀ ਜਾ ਰਹੀ ਹੈ। ਹੁਣ ਇਸ ਸ਼ਰਾਬ ਵਿੱਚ ਸਪਿਰਿਟ ਤੇ ਸ਼ਰਾਬ ਨੂੰ ਮਿਲਾਉਣ ਦੀ ਗੱਲ ਹੋ ਰਹੀ ਹੈ ਜੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਲੁਧਿਆਣਾ, ਕਪੂਰਥਲਾ, ਜਲੰਧਰ ਤੇ ਅੰਮ੍ਰਿਤਸਰ ਦੀ ਹੱਦ ਪਾਰ ਕਰਦਿਆਂ ਜ਼ਿਲ੍ਹਾ ਪਟਿਆਲਾ ਤੋਂ ਤਰਨਤਾਰਨ ਪਹੁੰਚਦੀ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਟਰੱਕਾਂ ਦੇ ਵਿੱਚ ਆਉਣ ਵਾਲੀ ਸਪਿਰਿਟ ਨੂੰ 6-7 ਢਾਬਿਆਂ ਤੇ ਉਤਾਰਿਆ ਜਾਂਦਾ ਸੀ। ਢਾਬੇ ਵਾਲਾ ਇਸ ਨੂੰ ਰਾਜਪੁਰਾ ਦੇ ਰਹਿਣ ਵਾਲੇ ਬਿੱਟੂ ਨੂੰ ਵੇਚਦਾ ਸੀ। ਪਿੰਦਾ ਤੇ ਬਿੱਟੂ ਹੀ ਸਪਿਰਿਟ ਨੂੰ ਅੰਮ੍ਰਿਤਸਰ ਤੇ ਆਸ-ਪਾਸ ਦੇ ਇਲਾਕਿਆਂ ਨੂੰ ਸਪਲਾਈ ਕਰਦੇ ਸੀ। ਉੱਥੇ ਇਸ ਦੀ ਸ਼ਰਾਬ ਤਿਆਰ ਕੀਤੀ ਜਾਂਦੀ ਸੀ ਤੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਭੇਜੀ ਜਾਂਦੀ ਸੀ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ, ਇਹ ਪੁਲਿਸ ਕਹਿੰਦੀ ਹੈ। ਪਰ ਪੁਲਿਸ ਵੱਡਾ ਸਵਾਲ ਤਾਂ ਇਹੀ ਉੱਠਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਜ਼ਿਆਦਾਤਰ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ, ਮੌਤਾਂ ਹੋ ਜਾਂਦੀਆਂ ਨੇ, ਲੋਕ ਮਰ ਜਾਂਦੇ ਨੇ, ਘਰ ਸੁੰਨੇ ਹੋ ਜਾਂਦੇ ਨੇ, ਉਸ ਤੋਂ ਬਾਅਦ ਕਾਰਵਾਈਆਂ ਕਿਉਂ ਹੁੰਦੀਆਂ ਨੇ? ਉਸ ਤੋਂ ਪਹਿਲਾਂ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਹੁੰਦੀ? ਤੇ ਇਸ ਪੂਰੇ ਮਸਲੇ ਦੇ ਦੌਰਾਨ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਨੇ ਸੂਬਾ ਭਰ ਦੇ ਵਿੱਚ ਐਤਵਾਰ ਨੂੰ ਪ੍ਰਦਰਸ਼ਨ ਕੀਤੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ। ਉਹਨਾਂ ਇਲਜ਼ਾਮ ਲਾਇਆ ਕਿ ਨਸ਼ਿਆਂ ਨੂੰ ਰੋਕਣ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ। ਪਾਰਟੀ ਦੇ ਵਲੰਟੀਅਰਾਂ ਤੇ ਅਹੁਦੇਦਾਰਾਂ ਨੇ ਹਲਕਾ ਮੁਕੇਰੀਆਂ, ਜ਼ੀਰਾ, ਮੋਹਾਲੀ, ਪਾਇਲ, ਸਮਰਾਲਾ, ਭੁਲੱਥ, ਅੰਮ੍ਰਿਤਸਰ ਪੂਰਬੀ, ਰੋਪੜ, ਭੁੱਚੋ ਮੰਡੀ, ਸਰਦੂਲਗੜ੍ਹ, ਜਲਾਲਾਬਾਦ, ਜਲੰਧਰ ਨਾਰਥ, ਉਰਮੁਰ ਟਾਂਡਾ, ਰਾਏਕੋਟ, ਪਟਿਆਲਾ ਦਿਹਾਤੀ, ਲੁਧਿਆਣਾ ਨਾਰਥ ਅਤੇ ਬਠਿੰਡਾ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਮੰਗੀ ਤੇ ਕੈਪਟਨ ਸਾਹਿਬ ਦਾ ਅਸਤੀਫਾ ਵੀ ਮੰਗਿਆ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਐਮਪੀ ਭਗਵੰਤ ਮਾਨ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਪੰਡੋਰੀ ਕਲਾਂ, ਪਿੰਡ ਮੁੱਛਲ ਤੇ ਹੋਰ ਕਈ ਨਾਲ ਲੱਗਦੇ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਭਗਵੰਤ ਮਾਨ ਨੇ ਸਿੱਧੇ ਤੌਰ ਤੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਿਸੇ ਜੱਜ ਤੋਂ ਕਰਵਾਈ ਜਾਵੇ ਤੇ ਦੋਸ਼ੀਆਂ ਖਿਲਾਫ 302 ਦੇ ਤਹਿਤ ਪਰਚੇ ਦਰਜ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਐਕਸਾਈਜ਼ ਤੇ ਐਗਰੀਕਲਚਰ ਵਿਭਾਗਾਂ ਦਾ ਹੀ ਇਹ ਹਾਲ ਹੈ ਤਾਂ ਬਾਕੀਆਂ ਦਾ ਕੀ ਬਣੂਗਾ? ਮਾਨ ਨੇ ਕਿਹਾ ਇਹ ਮੌਤਾਂ ਨਹੀਂ ਕਤਲ ਨੇ। ਅਮਰਿੰਦਰ ਸਿੰਘ ਦੀ ਕਾਰਜਕਾਰੀ ਤੇ ਸਵਾਲ ਖੜੇ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਖੰਨਾ ਤੇ ਰਾਜਪੁਰਾ ਵਿੱਚ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ। ਜਾਂਚ ਦੇ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਪਰ ਹਾਲੇ ਤੱਕ ਨਤੀਜਾ ਕੋਈ ਨਹੀਂ ਨਿਕਲਿਆ। ਕਿਉਂ ਨਹੀਂ ਨਿਕਲਿਆ? ਕੌਣ ਜ਼ਿੰਮੇਵਾਰ ਹੈ? ਕਿਉਂ ਨਹੀਂ ਪੈਰਵਾਈ ਹੁੰਦੀ? ਕਿਉਂ ਫਾਲੋ ਅਪ ਨਹੀਂ ਲੈਂਦੀ ਸਰਕਾਰ? ਇਸੇ ਤਰ੍ਹਾਂ ਨਕਲੀ ਜਿਪਸਮ ਆਈ, ਉਸ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਦੇ ਵਿੱਚ ਸਿੱਟ ਬਿਠਾਈ, ਉਸ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ। ਉਹ ਕਹਿੰਦੇ ਨੇ ਕਿ ਇਸੇ ਤਰ੍ਹਾਂ ਹੁਣ ਇਸ ਮਸਲੇ ਦਾ ਵੀ ਕੋਈ ਨਤੀਜਾ ਨਹੀਂ ਨਿਕਲ ਰਿਹਾ। ਦਾਅਵਾ ਕੀਤਾ ਹੈ ਮਾਨ ਨੇ ਕਿ ਇਸ ਮਸਲੇ ਨੂੰ ਲੈ ਕੇ ਅਸੀਂ ਹਾਈ ਕੋਰਟ ਤੱਕ ਜਾਵਾਂਗੇ ਤੇ ਸਭ ਦਾ ਪਰਦਾਫਾਸ਼ ਕਰਾਂਗੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੁਖਾਂਤ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਟਵੀਟ ਕੀਤਾ ਹੈ, ਕਹਿੰਦੇ ਮੈਂ ਪੰਜਾਬ ਦੇ ਵਿੱਚ ਨਜਾਇਜ਼ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਤੋਂ ਦੁਖੀ ਹਾਂ। ਸੂਬਾ ਸਰਕਾਰ ਨੂੰ ਅਜਿਹੇ ਮਾਫੀਆ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਮਾਮਲਾ ਤੁਰੰਤ ਸੀਬੀਆਈ ਨੂੰ ਸੌਂਪਿਆ ਜਾਣਾ ਚਾਹੀਦਾ ਹੈ ਕਿਉਂਕਿ ਸਥਾਨਕ ਪੁਲਿਸ ਨੇ ਕੁਝ ਮਹੀਨਿਆਂ ਤੋਂ ਕਿਸੇ ਵੀ ਗੈਰ ਕਾਨੂੰਨੀ ਸ਼ਰਾਬ ਦੇ ਕੇਸ ਨੂੰ ਹੱਲ ਨਹੀਂ ਕੀਤਾ। ਇਹ ਕਹਿੰਦੇ ਨੇ ਅਰਵਿੰਦ ਕੇਜਰੀਵਾਲ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਪੰਡੋਰੀ ਕਲਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਪਿੰਡ ਦੇ ਵਿੱਚ ਕਰੀਬ 11 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ।
ਜ਼ਹਿਰੀਲੀ ਸ਼ਰਾਬ ਦੇ ਕਹਿਰ ਤੋਂ ਬਾਅਦ ਪੂਰਾ ਪਿੰਡ ਸਦਮੇ ਦੇ ਵਿੱਚ ਹੈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਖਹਿਰਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਨਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ। ਸ਼ਰੇਆਮ ਡਰਮੀਆਂ 'ਚ ਸ਼ਰਾਬ ਭਰ ਕੇ ਲਿਆਂਦੀ ਜਾਂਦੀ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿੰਡ ਪੰਡੋਰੀ ਦੇ ਵਾਸੀ ਕਹਿੰਦੇ ਨੇ ਕਿ ਨਸ਼ਿਆਂ ਦੀ ਗੰਦਗੀ ਨੂੰ ਸਾਫ਼ ਕਰਨ ਵਾਸਤੇ ਪਿੰਡ ਪੱਧਰ ਤੇ ਇੱਕ ਕਮੇਟੀ ਵੀ ਬਣਾਈ ਗਈ ਸੀ, ਪਰ ਪ੍ਰਸ਼ਾਸਨ ਵੱਲੋਂ 5-7 ਚਿੱਟਾ ਵੇਚਣ ਵਾਲਿਆਂ ਨੂੰ ਚੁੱਕਣ ਦੀ ਬਜਾਏ ਉਹਨਾਂ ਨੂੰ ਹੀ ਧਮਕਾਇਆ ਗਿਆ, ਯਾਨੀ ਕਿ ਪਿੰਡ ਵਾਲਿਆਂ ਨੂੰ ਹੀ ਧਮਕਾਇਆ ਗਿਆ ਜਿਨ੍ਹਾਂ ਨੇ ਕਮੇਟੀ ਬਣਾਈ ਸੀ। ਪਿੰਡ ਵਾਸੀਆਂ ਨੇ ਪੰਜਾਬ ਦੀਆਂ ਸਰਕਾਰਾਂ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਸ਼ਰਾਬ ਵੇਚ ਰਹੀ ਹੈ, ਅਕਾਲੀ ਦਲ ਵਾਲੇ ਚਿੱਟਾ ਵੇਚ ਰਹੇ ਨੇ ਤੇ ਦੋਵੇਂ ਹੀ ਪੰਜਾਬ ਨੂੰ ਖਤਮ ਕਰ ਰਹੇ ਨੇ। ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੰਜਾਬ ਦੀ ਮਾੜੀ ਸਿਆਸੀ ਹਾਲਤ ਹੈ, ਇਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਸਸਪੈਂਡ ਹੋਣ ਦੀ ਲੋੜ ਹੈ। ਅਧਿਕਾਰੀਆਂ ਨੂੰ ਸਸਪੈਂਡ ਕਰਕੇ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ। ਕਹਿੰਦੇ ਨੇ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ ਦਾ ਖਮਿਆਜ਼ਾ ਤਰਨਤਾਰਨ, ਬਟਾਲਾ ਤੇ ਅੰਮ੍ਰਿਤਸਰ ਦੇ ਕਈ ਪਰਿਵਾਰਾਂ ਨੂੰ ਭੁਗਤਣਾ ਪਿਆ। ਖਹਿਰਾ ਦਾਅਵਾ ਕਰਦੇ ਨੇ ਕਿ ਪੂਰੀ ਘਟਨਾ ਦੇ ਪਿੱਛੇ ਵੱਡੇ ਸਿਆਸਤਦਾਨਾਂ ਦਾ ਹੱਥ ਹੈ। ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੀ ਅਗਵਾਈ 'ਚ ਹੋਣੀ ਚਾਹੀਦੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਛੋਟੇ-ਮੋਟੇ ਅਫਸਰਾਂ ਨੂੰ ਸਸਪੈਂਡ ਕਰਕੇ ਆਪਣਾ ਪੱਲਾ ਛੁਡਵਾਉਣਾ ਚਾਹੁੰਦੇ ਨੇ। ਸਵਾਲ ਵੀ ਖੜੇ ਕੀਤੇ ਨੇ ਉਹਨਾਂ ਨੇ ਜਿਹੜਾ ਨਕਲੀ ਸ਼ਰਾਬ ਦਾ ਧੰਦਾ ਚੱਲ ਰਿਹਾ ਹੈ। ਕਹਿੰਦੇ ਕਿ ਜਿਹੜੇ ਰਾਣਾ ਗੁਰਜੀਤ ਸਿੰਘ ਸੋਢੀ ਤੇ ਦੀਪ ਮਲਹੋਤਰਾ ਵਰਗੇ ਕਈ ਹੋਰ ਵੱਡੇ ਲੀਡਰ ਸ਼ਰਾਬ ਦੀਆਂ ਪ੍ਰਾਈਵੇਟ ਫੈਕਟਰੀਆਂ ਚਲਾ ਰਹੇ ਨੇ, ਉਹਨਾਂ ਵਿੱਚੋਂ 8-10 ਲੱਖ ਰੁਪਏ ਦੇ ਕਰੀਬ ਟੈਕਸ ਚੋਰੀ ਕੀਤਾ ਜਾਂਦਾ ਹੈ, ਜਿਸ ਨਾਲ ਐਕਸਾਈਜ਼ ਵਿਭਾਗ ਨੂੰ ਸਾਲਾਨਾ ਲਗਭਗ 1820 ਕਰੋੜ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਸੋ ਖਹਿਰਾ ਨੇ ਜੋ 25-25 ਲੱਖ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ, ਬਿਲਕੁਲ ਇਸ ਦੇ ਨਾਲ ਸਹਿਮਤੀ ਸ਼ਾਇਦ ਸਾਰਿਆਂ ਦੀ ਹੋਵੇਗੀ, ਕਿਉਂਕਿ 2-2 ਲੱਖ ਰੁਪਏ ਕਿਸੇ ਦੀ ਵੀ ਜਾਨ ਦੀ ਕੀਮਤ ਦਾ ਮੁੱਲ ਪਾਉਣਾ ਬਹੁਤ ਹੀ ਸ਼ਰਮਨਾਕ ਹੈ, ਕਿਉਂਕਿ ਮੌਤਾਂ ਦੀ ਗਿਣਤੀ ਹੈ ਜਿਹੜੀ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਗੁੱਸੇ ਦੇ ਵਿੱਚ ਅਧਿਕਾਰੀਆਂ ਨੂੰ ਸਸਪੈਂਡ ਕੀਤਾ। ਕੁੱਲ 11 ਜਿਹੜੇ ਅਫਸਰ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ, ਪੁਲਿਸ ਮਹਿਕਮੇ ਦੇ ਤੇ ਐਕਸਾਈਜ਼ ਮਹਿਕਮੇ ਦੇ। ਪਰ ਸਵਾਲ ਇਹ ਉੱਠਦਾ ਹੈ ਕਿ ਸਸਪੈਂਡ ਕਿਉਂ? ਸਸਪੈਂਡ ਦਾ ਮਤਲਬ ਹੈ ਕਿ ਉਹਨਾਂ ਨੂੰ ਬਾਅਦ ਚੋਂ ਬਹਾਲ ਵੀ ਕੀਤਾ ਜਾ ਸਕਦਾ ਹੈ। ਉਹਨਾਂ ਨੂੰ ਜੇ ਤੁਸੀਂ ਮੁਅੱਤਲ ਕਰੋਗੇ ਬਾਅਦ ਚੋਂ ਬਹਾਲ ਵੀ ਕਰ ਦਿਓਗੇ, ਕਿਉਂ ਨਹੀਂ ਉਹਨਾਂ ਨੂੰ ਡਿਸਮਿਸ ਕੀਤਾ ਜਾਂਦਾ, ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ? ਕਿ ਇਹ ਜਿਹੜੀ ਛੋਟੀ ਗੱਲ ਹੋਈ ਹੈ, ਇਹ ਛੋਟੀ ਘਟਨਾ ਵਾਪਰੀ ਹੈ? ਦੁਖਾਂਤ ਲਗਾਤਾਰ ਵਾਪਰ ਰਿਹਾ ਹੈ। 29 ਜੁਲਾਈ ਤੋਂ ਸਿਲਸਿਲਾ ਸ਼ੁਰੂ ਹੋਇਆ ਹੈ, 2 ਅਗਸਤ ਹੋ ਚੁੱਕੀ ਹੈ, 3 ਅਗਸਤ ਨੂੰ 4 ਅਗਸਤ ਨੂੰ ਪਤਾ ਨਹੀਂ ਕਦੋਂ ਤੱਕ ਇਹ ਸਿਲਸਿਲਾ ਚੱਲਣਾ ਹੈ, ਕਦੋਂ ਤੱਕ ਮੌਤਾਂ ਨੇ ਜਿਹੜੀਆਂ ਉਹ ਜਾਰੀ ਰਹਿਣੀਆਂ ਨੇ, ਕਿਉਂਕਿ ਸ਼ਰਾਬ ਹੈ ਜਿਹੜੀ ਕਿਸ ਵੱਡੇ ਪੱਧਰ ਤੇ ਵੇਚੀ ਜਾਂਦੀ ਹੈ ਤੇ ਕਿੰਨੇ ਵੱਡੇ ਪੱਧਰ ਤੇ ਲੋਕ ਇਹਦਾ ਸੇਵਨ ਕਰਦੇ ਨੇ, ਇਹ ਵੀ ਦੁਖਦਾਈ ਪੱਖ ਹੈ। ਤੇ ਹੋਰ ਪਤਾ ਨਹੀਂ ਕਿੰਨੀਆਂ ਮੌਤਾਂ ਹੋਣੀਆਂ ਨੇ ਤੇ ਕਿੰਨੇ ਲੋਕਾਂ ਦੇ ਘਰ ਸੁੰਨੇ ਹੋਣੇ ਨੇ, ਇਸ ਬਾਰੇ ਹਾਲੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਪਰ ਇਹ ਦੁਖਦਾਈ ਹੈ, ਉਦਾਸ ਕਰਨ ਵਾਲੀ ਘਟਨਾ ਹੈ। ਸਰਕਾਰ ਜੇ ਇਸ ਘਟਨਾ ਤੋਂ ਵੀ ਨਹੀਂ ਸਮਝਦੀ, ਜੇ ਚੰਗੇ ਤਰੀਕੇ ਨਾਲ ਇਨਸਾਫ ਨਹੀਂ ਹੁੰਦਾ, ਤਾਂ ਲਾਨਤ ਹੈ ਇਹਨਾਂ ਸਰਕਾਰਾਂ ਤੇ। ਫਾਜ਼ਿਲਕਾ ਦੇ ਪਿੰਡ ਮਹਾਲਮ ਦੇ ਵਿੱਚ ਆਬਕਾਰੀ ਵਿਭਾਗ ਨੇ ਛਾਪੇ ਦੌਰਾਨ 10,000 ਲੀਟਰ ਲਾਣ ਬਰਾਮਦ ਕੀਤਾ। ਛਾਪੇ ਦੌਰਾਨ ਖੇਤਾਂ ਦੇ ਵਿੱਚੋਂ ਨਜਾਇਜ਼ ਸ਼ਰਾਬ ਦੀਆਂ 110 ਟੁੱਟੀਆਂ ਬੋਤਲਾਂ ਵੀ ਬਰਾਮਦ ਹੋਈਆਂ ਨੇ। ਕੁਝ ਸਮੇਂ ਤੋਂ ਕਹਿੰਦੇ ਪਿੰਡ ਨਜਾਇਜ਼ ਸ਼ਰਾਬ ਦਾ ਅੱਡਾ ਬਣ ਗਿਆ ਸੀ। 7 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਵੈਰੋਕੇ ਥਾਣੇ ਵਿੱਚ FIR ਵੀ ਦਰਜ ਕੀਤੀ ਗਈ ਹੈ। ਖਬਰ ਆਉਣ ਵਾਲੇ ਆਜ਼ਾਦੀ ਦਿਵਸ ਸਮਾਗਮਾਂ ਦੇ ਨਾਲ ਜੁੜੀ ਹੋਈ ਹੈ, ਕਿਉਂਕਿ 15 ਅਗਸਤ 2020 ਨੂੰ ਪੂਰੇ ਮੁਲਕ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ, ਪਰ 3 ਸਿੱਖ ਜਥੇਬੰਦੀਆਂ ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਵੱਖ-ਵੱਖ ਮਾਮਲਿਆਂ ਦੇ ਕਾਰਨ 15 ਅਗਸਤ ਨੂੰ ਆਜ਼ਾਦੀ ਦਿਵਸ ਸਮਾਗਮਾਂ ਦਾ ਬਾਈਕਾਟ ਕਰਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਇਸ ਨੂੰ ਕਾਲੇ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਤੇ ਅਕਾਲੀ ਦਲ ਮਾਨ ਦੇ ਮਹਿੰਦਰਪਾਲ ਸਿੰਘ ਅਤੇ ਹੋਰ ਲੀਡਰਾਂ ਨੇ ਦੱਸਿਆ ਕਿ 3 ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਆਜ਼ਾਦੀ ਦਿਵਸ ਦਾ ਬਾਈਕਾਟ ਕੀਤਾ ਜਾਵੇਗਾ। ਇਸ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਜਥੇਬੰਦੀਆਂ ਵੱਲੋਂ ਸਰਕਾਰ ਵਿਰੋਧੀ ਦਿਖਾਵੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਡਾ ਰੋਸ ਹੈ ਕਿ ਕੇਂਦਰ ਸਰਕਾਰ ਵੱਲੋਂ UAPA ਕਾਨੂੰਨ ਦੀ ਆੜ ਹੇਠ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ 3 ਖੇਤੀ ਬਿੱਲਾਂ ਦਾ ਵੀ ਸਖਤ ਵਿਰੋਧ ਕਰਦੀਆਂ ਨੇ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਮੁੜ ਖੋਲਣ ਤੋਂ ਇਨਕਾਰ ਕਰਨ ਤੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਤੇ ਦਿੱਲੀ ਸਿੱਖ ਕਤਲੇਆਮ ਦੇ ਹੁਣ ਤੱਕ ਨਿਆਂ ਨਾ ਮਿਲਣ ਦੇ ਸਿੱਟੇ ਵਜੋਂ ਆਜ਼ਾਦੀ ਦਿਵਸ ਸਮਾਗਮਾਂ ਦਾ ਬਾਈਕਾਟ ਕਰਨ ਦਾ ਇਹਨਾਂ ਜਥੇਬੰਦੀਆਂ ਨੇ ਫੈਸਲਾ ਲਿਆ। ਇਲਜ਼ਾਮ ਲਾਇਆ ਕਿ ਰਾਇਸ਼ੁਮਾਰੀ 2020 ਦੇ ਨਾਂ ਹੇਠ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੇਕਸੂਰੇ ਸਿੱਖ ਨੌਜਵਾਨਾਂ ਖਿਲਾਫ UAPA ਐਕਟ ਤਹਿਤ ਉਹਨਾਂ ਖਿਲਾਫ ਕਾਰਵਾਈ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ
ਲੁੱਟਿਆ ਜਾ ਰਿਹਾ ਹੈ। ਖਬਰ ਕਪੂਰਥਲਾ ਜ਼ਿਲ੍ਹੇ ਤੋਂ ਹੈ, ਜਿੱਥੇ ਦੋ ਭਰਾਵਾਂ ਨੂੰ ਫੇਸਬੁੱਕ ਤੇ ਪਿਸਤੌਲ ਨਾਲ ਫੋਟੋ ਪਾਉਣ ਦਾ ਸ਼ੌਕ ਮਹਿੰਗਾ ਪੈ ਗਿਆ ਕਿਉਂਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਕਪੂਰਥਲਾ ਦੇ ਸੁਰਖਾ ਪਿੰਡ ਦੇ ਮੁਨੀਤ ਉਰਫ ਕੁੱਕੂ ਤੇ ਉਸਦੀ ਭੂਆ ਦੇ ਮੁੰਡੇ ਦਵਿੰਦਰ ਦੇਵਾ ਦੋਵਾਂ ਨੇ ਪਿਸਤੌਲ ਨਾਲ ਫੋਟੋਆਂ ਫੇਸਬੁੱਕ ਤੇ ਅਪਲੋਡ ਕਰਨ ਦੇ ਸ਼ੌਕ ਨਾਲ ਸਾਲ ਕੁ ਪਹਿਲਾਂ ਮੇਰਠ ਤੋਂ ਦੇਸੀ ਪਿਸਤੌਲ ਖਰੀਦੀ ਸੀ। ਫੋਟੋਆਂ ਅਪਲੋਡ ਕਰਤੀਆਂ, ਫਿਰ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਟੀਮ ਨੇ ਪਠਾਨਕੋਟ ਚੌਕ ਦੇ ਨੇੜੇ ਦੋ ਭਰਾਵਾਂ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ। ਥਾਣਾ 8 ਦੇ ਵਿੱਚ ਅਸਲਾ ਐਕਟ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ। ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦੇ ਰਿਮਾਂਡ ਤੇ ਲੈ ਲਿਆ ਗਿਆ। ਦੋਵਾਂ ਦਾ ਕਰੋਨਾ ਟੈਸਟ ਵੀ ਕੀਤਾ ਜਾਵੇਗਾ। ਸਿੱਖ ਕੌਮ ਦੇ 5ਵੇਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਦੀ ਸਿਹਤ ਖਰਾਬ ਹੋਣ ਕਰਕੇ ਉਹਨਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਥੇਦਾਰ ਸਾਹਿਬ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ ਇਲਾਜ ਲਈ ਹੈਦਰਾਬਾਦ ਦੇ ਹਸਪਤਾਲ ਲਿਜਾਇਆ ਗਿਆ, ਪਰ ਉੱਥੋਂ ਉਹਨਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸਾਲ 2000 ਤੋਂ ਜਥੇਦਾਰੀ ਵਜੋਂ ਸੇਵਾਵਾਂ ਨਿਭਾ ਰਹੇ ਨੇ। ਸਿੱਖ ਕੌਮ ਉਹਨਾਂ ਦੇ ਸਿਹਤਮੰਦ ਹੋਣ ਦੀਆਂ ਅਰਦਾਸਾਂ ਕਰ ਰਹੀ ਹੈ। ਮਾਨਸਾ ਤੋਂ ਖਬਰ ਹੈ, ਜਿੱਥੇ 2 ਕਾਰਾਂ ਦੀ ਸਿੱਧੀ ਟੱਕਰ ਦੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 5 ਲੋਕ ਜ਼ਖਮੀ ਹੋ ਗਏ ਨੇ। ਅਗਲੀ ਖਬਰ ਸਹਾਇਕ ਕਿੱਤਿਆਂ ਦੇ ਨਾਲ ਜੁੜੀ ਹੋਈ ਹੈ। ਪੰਜਾਬ ਸਰਕਾਰ ਨੇ ਸਹਾਇਕ ਕਿੱਤੇ ਸ਼ੁਰੂ ਕਰਨ ਵਾਲੇ ਕਿਸਾਨਾਂ ਦੇ ਲਈ ਅਹਿਮ ਐਲਾਨ ਕੀਤਾ ਹੈ। ਸਰਕਾਰ ਦੁੱਧ, ਮੀਟ ਤੇ ਪਸ਼ੂ ਆਹਾਰ ਦੇ ਕਾਰਖਾਨੇ ਲਾਉਣ ਵਾਲਿਆਂ ਨੂੰ ਵਿਆਜ ਦਰ ਦੇ ਉੱਤੇ 3% ਦੀ ਸਬਸਿਡੀ ਦੇਵੇਗੀ। ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਦਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਵੱਖ-ਵੱਖ ਸਕੀਮਾਂ ਸਮੇਂ-ਸਮੇਂ ਤੇ ਲਾਗੂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਸੂਬੇ ਦੇ ਵਿੱਚ ਸਹਾਇਕ ਧੰਦਿਆਂ ਨੂੰ ਵਿਕਸਿਤ ਕਰਕੇ ਕਿਸਾਨਾਂ ਦੀ ਆਮਦਨ ਹੈ ਜਿਹੜੀ ਉਹ ਵਧਾਈ ਜਾ ਸਕੇ। ਇਸ ਯੋਜਨਾ ਦੇ ਤਹਿਤ ਦੁੱਧ ਤੋਂ ਦੁੱਧ ਪਦਾਰਥ, ਮੀਟ, ਕੈਟਲ ਫੀਡ ਤੇ ਸਾਈਲੇਜ ਦੇ ਕਾਰਖਾਨੇ ਲਾਉਣ ਲਈ ਵਿਆਜ ਦਰ ਦੇ ਉੱਤੇ 3% ਛੋਟ ਦੇਣ ਦਾ ਫੈਸਲਾ ਲਿਆ ਗਿਆ। ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ 15,000 ਕਰੋੜ ਰੁਪਏ ਦੀ ਰਾਸ਼ੀ 3% ਵਿਆਜ ਦੀ ਸਬਸਿਡੀ ਦੇਣ ਲਈ ਰੱਖੀ ਗਈ ਹੈ ਤੇ ਸਕੀਮ 3 ਸਾਲ ਲਈ ਲਾਗੂ ਰਹੇਗੀ। ਕੈਨੇਡਾ ਤੋਂ ਪੰਜਾਬੀਆਂ ਦੇ ਲਈ ਉਦਾਸ ਕਰਨ ਵਾਲੀ ਖਬਰ ਹੈ ਕਿਉਂਕਿ ਪੰਜਾਬ ਦੇ 2 ਹੋਰ ਨੌਜਵਾਨਾਂ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ। ਪਾਤੜਾ ਦੇ ਪਿੰਡ ਸ਼ਤਰਾਣਾ ਤੋਂ ਕੈਨੇਡਾ ਪੜਨ ਗਏ ਨੌਜਵਾਨ ਹਰਮਿੰਦਰ ਸਿੰਘ ਜੋ ਕਿ 22 ਸਾਲ ਦੇ ਸੀ, ਉਹਨਾਂ ਦੀ ਕੈਨੇਡਾ ਵਿੱਚ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ ਹੈ ਤੇ ਮਹਿਲ ਕਲਾਂ ਦੇ ਪਿੰਡ ਕੁਰੜ ਦੇ ਨੌਜਵਾਨ ਤੇ ਗੀਤਕਾਰ ਗੁਰਿੰਦਰ ਸਰਾਹ ਦੀ ਵੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ। ਹਰਮਿੰਦਰ ਸਿੰਘ ਜਿਹੜਾ ਕਿ 22 ਸਾਲ ਦਾ ਸੀ, 2017 ਦੇ ਵਿੱਚ ਕੰਪਿਊਟਰ ਦੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਪੜ੍ਹਾਈ ਪੂਰੀ ਹੋਣ ਤੇ PR ਅਪਲਾਈ ਵੀ ਕਰ ਦਿੱਤੀ ਸੀ। ਰੋਜ਼ਾਨਾ ਪਰਿਵਾਰ ਨੂੰ ਫੋਨ ਆਉਂਦਾ ਸੀ, ਕਦੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਉਸਨੇ ਜ਼ਿਕਰ ਨਹੀਂ ਕੀਤਾ, ਪਰ ਬੀਤੀ ਰਾਤ ਪਰਿਵਾਰ ਨੂੰ ਫੋਨ ਆਉਂਦਾ ਹੈ, ਪੁਲਿਸ ਦਾ ਫੋਨ ਆਉਂਦਾ ਹੈ ਕਿ ਉਹਨਾਂ ਦੇ ਲੜਕੇ ਨੇ ਆਤਮ ਹੱਤਿਆ ਕਰ ਲਈ ਹੈ। ਪਰਿਵਾਰ ਨੂੰ ਵਿਸ਼ਵਾਸ ਨਹੀਂ ਹੋਇਆ ਤਾਂ ਉਹਨਾਂ ਦੇ ਪੁੱਤਰ ਹਰਮਿੰਦਰ ਸਿੰਘ ਦੇ ਦੋਸਤਾਂ ਮਿੱਤਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋਈ ਹੈ। ਇਹ ਸੱਚ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਪੀੜਤ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਲੜਕੇ ਦੀ ਲਾਸ਼ ਜਲਦੀ ਤੋਂ ਜਲਦੀ ਮੰਗਵਾਈ ਜਾਵੇ। ਇਸੇ ਤਰ੍ਹਾਂ ਮਹਿਲ ਕਲਾਂ ਦੇ ਪਿੰਡ ਕੁਰੜ ਨਾਲ ਸੰਬੰਧਿਤ ਉੱਭਰਦੇ ਪੰਜਾਬੀ ਗੀਤਕਾਰ ਗੁਰਿੰਦਰ ਸਰਾਹ ਜੋ ਕਿ 30 ਸਾਲ ਦੇ ਸੀ, ਉਹਨਾਂ ਦੀ ਵੀ ਕੈਨੇਡਾ 'ਚ ਮੌਤ ਹੋ ਗਈ ਹੈ। ਗੁਰਿੰਦਰ ਸਰਾਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 1.5 ਸਾਲ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ ਜੋ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ, ਉਹਦੇ ਕੋਲ ਐਡਮਿੰਟਨ ਚਲਾ ਗਿਆ ਸੀ। ਕੁਝ ਦਿਨ ਪਹਿਲਾਂ ਦੌਰਾ ਪਿਆ, ਦਿਲ ਦਾ ਹਸਪਤਾਲ 'ਚ ਦਾਖਲ ਸੀ। ਇਲਾਜ ਦੌਰਾਨ ਮੌਤ ਹੋ ਗਈ। ਸਟੱਡੀ ਵੀਜ਼ੇ ਦੇ ਨਾਂ ਤੇ UK ਭੇਜਣ ਵਾਲੇ ਏਜੰਟਾਂ ਨੇ ਵੀ ਹੁਣ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਕਰੋਨਾ ਵਾਇਰਸ ਦੀ ਇਸ ਮਹਾਮਾਰੀ ਦੇ ਦੌਰ ਦੇ ਵਿੱਚ। ਸੋ ਜੇ ਤੁਸੀਂ ਵੀ UK ਸਟੱਡੀ ਵੀਜ਼ਾ ਲਈ ਅਰਜ਼ੀ ਦੇਣ ਜਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਜਿਹੇ ਠੱਗ ਏਜੰਟਾਂ ਤੋਂ। ਪੰਜਾਬ ਦੇ ਠੱਗ ਏਜੰਟਾਂ ਨੇ ਪੈਕੇਜ ਦੇ ਨਾਂ ਦੇ ਉੱਤੇ ਕਰੋਨਾ ਪੀਰੀਅਡ ਦੌਰਾਨ ਹੀ ਲੁੱਟਾਂ ਖੋਹਾਂ ਸ਼ੁਰੂ ਕਰ ਦਿੱਤੀਆਂ ਨੇ। ਦੂਤਾਵਾਸ ਨੂੰ ਜਲਦੀ ਸਰਟੀਫਿਕੇਟ ਭੇਜਣੇ ਸ਼ੁਰੂ ਕਰ ਦਿੱਤੇ ਨੇ ਨੌਜਵਾਨਾਂ ਦਾ ਵੀਜ਼ਾ ਲਵਾਉਣ ਦੇ ਲਈ। ਦੂਤਾਵਾਸ ਇਹਨਾਂ ਦਸਤਾਵੇਜ਼ਾਂ ਦੀ ਜਾਂਚ ਨਾ ਕਰ ਸਕਣ ਇਸ ਲਈ ਏਜੰਟ 24 ਘੰਟਿਆਂ ਦੇ ਵਿੱਚ 1,25,000 ਰੁਪਏ ਦੀ ਵੀਜ਼ਾ ਅਰਜ਼ੀ ਫੀਸ ਜਮ੍ਹਾਂ ਕਰ ਰਹੇ ਨੇ। ਸਾਰੇ ਦਸਤਾਵੇਜ਼ਾਂ ਦੀ 24 ਘੰਟਿਆਂ ਦੇ ਅੰਦਰ ਜਾਂਚ ਹੋਣੀ ਅਸੰਭਵ ਹੈ, ਇਹ ਸਾਨੂੰ ਸਭ ਨੂੰ ਪਤਾ ਹੈ, ਪਰ ਇਹ ਲੋਕਾਂ ਨੂੰ ਕਹਿ ਰਹੇ ਨੇ ਕਿ 24 ਘੰਟਿਆਂ ਦੇ ਵਿੱਚ ਤੁਹਾਡੀ ਜਾਂਚ ਹੋ ਜੂਗੀ, ਇਸ ਕਰਕੇ ਤੁਸੀਂ 1,25,000 ਰੁਪਏ ਵੀਜ਼ਾ ਫੀਸ ਦੇ ਦਿਓ। ਤੇ ਇਹ ਏਜੰਟ ਨੌਜਵਾਨਾਂ ਤੋਂ ਕੁੱਲ 20 ਲੱਖ ਰੁਪਏ ਦੀ ਰਾਸ਼ੀ ਮੰਗਦੇ ਨੇ। UK ਐਮਬੈਸੀ ਤੋਂ ਇੱਕ ਦਿਨ ਦੇ ਵਿੱਚ ਵੀਜ਼ਾ ਫਾਈਲ ਬਾਰੇ ਫੈਸਲਾ ਲੈਣ ਲਈ ਬਿਨੈਕਾਰ ਦੇ ਵੱਲੋਂ 1,25,000 ਰੁਪਏ ਲਏ ਜਾਂਦੇ ਨੇ। ਇੱਕ ਹਫ਼ਤੇ ਲਈ 55,000 ਰੁਪਏ ਤੇ ਰੂਟੀਨ ਦੇ ਵਿੱਚ ਅਪਲਾਈ ਕਰਨਾ ਹੈ ਤਾਂ 35,000 ਫੀਸ ਹੈ। ਏਜੰਟ ਵਿਦਿਆਰਥੀ ਵੀਜ਼ਾ ਦੇ ਲਈ 1,25,000 ਦੀ ਫੀਸ ਅਦਾ ਕਰਦੇ ਨੇ ਤੇ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੀਜ਼ਾ ਲਵਾਉਂਦੇ ਨੇ। UK ਸਰਕਾਰ ਦਾ ਆਦੇਸ਼ ਹੈ ਕਿ ਜੋ ਵਿਦਿਆਰਥੀ UK ਜਾਣਾ ਚਾਹੁੰਦਾ ਹੈ ਉਸਦੇ ਖਾਤੇ ਵਿੱਚ 10 ਲੱਖ ਦੀ ਰਕਮ ਹੋਣੀ ਚਾਹੀਦੀ ਹੈ। ਰਕਮ 1 ਮਹੀਨਾ ਪੁਰਾਣੀ ਹੋਣੀ ਚਾਹੀਦੀ ਹੈ। UK ਦੇ ਏਜੰਟ ਵਿਦਿਆਰਥੀ ਦਾ ਖਾਤਾ ਬੈਂਕ ਦੇ ਵਿੱਚ ਖੁਲਵਾ ਕੇ ਆਪਣੇ ਕੋਲ ਪੈਸੇ ਜਮ੍ਹਾਂ ਕਰਦੇ ਨੇ ਤੇ ਇਸ ਦੇ ਨਾਂ ਤੇ ਵੀ ਕਲਾਇੰਟ ਤੋਂ ਮੋਟੀਆਂ ਰਕਮਾਂ ਨੇ ਜਿਹੜੀਆਂ ਉਹ ਵਸੂਲ ਕਰਦੇ ਨੇ, ਕਿਉਂਕਿ ਕਈ ਸਟੂਡੈਂਟ ਹੁੰਦੇ ਨੇ ਉਹਨਾਂ ਦੇ ਕੋਲ ਪੈਸਾ ਨਹੀਂ ਹੁੰਦਾ ਬੈਂਕ ਦੇ ਵਿੱਚ ਸ਼ੋਅ ਕਰਨ ਨੂੰ, ਸੋ ਉਹਦੀ ਵੀ ਇਹ ਵੱਖਰੀ ਫੀਸ ਲੈਂਦੇ ਨੇ
ਤੇ 20 ਲੱਖ ਰੁਪਏ ਦੀ ਰਾਸ਼ੀ ਮੰਗ ਕੇ ਵਿਦਿਆਰਥੀਆਂ ਨੂੰ ਲੁੱਟਦੇ ਵੀ ਨੇ, ਜਦ ਕਿ ਜਿਹੜੀ ਅਰਜ਼ੀ ਫੀਸ ਹੈ 1,25,000 ਰੁਪਇਆ ਹੈਗੀ ਹੈ। ਸੋ ਸਾਰੇ ਜਿਹੜੇ ਅਜਿਹੇ ਠੱਗ ਏਜੰਟਾਂ ਤੋਂ ਜ਼ਰੂਰ ਬਚ ਕੇ ਰਹਿਣ। ਜਿਹੜੇ ਵੀ ਵਿਦਿਆਰਥੀ ਨੇ ਉਹ ਜਾਣਾ ਚਾਹੁੰਦੇ ਨੇ ਯੂਕੇ ਸਟੱਡੀ ਵੀਜ਼ੇ ਤੇ। ਵੈਸੇ ਤਾਂ ਹੁਣ ਸਿਆਣਪ ਇਹੀ ਹੈ ਕਿ ਕਰੋਨਾ ਵਾਇਰਸ ਦੇ ਦੌਰ ਦੇ ਵਿੱਚ ਸਰਕਾਰ ਦੀਆਂ ਹਦਾਇਤਾਂ ਜ਼ਰੂਰ ਪੜ੍ਹ ਲੈਣੀਆਂ ਚਾਹੀਦੀਆਂ ਨੇ ਕਿ ਸਟੂਡੈਂਟ ਵੀਜ਼ਾ ਨੂੰ ਲੈ ਕੇ, ਸਟੱਡੀ ਵੀਜ਼ਾ ਨੂੰ ਲੈ ਕੇ ਕਿਹੜੇ ਮੁਲਕ ਦੇ ਕਿਹੜੇ ਨਵੇਂ ਨਿਰਦੇਸ਼ ਨੇ, ਕਿਉਂਕਿ ਹਰ ਮੁਲਕ ਨੇ ਤਕਰੀਬਨ ਨਵੀਆਂ ਗਾਈਡਲਾਈਨਸ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਨੇ। ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਜੁੜੀ ਹੋਈ ਹੈ। ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਰੋਨਾ ਵਾਇਰਸ ਹੋ ਗਿਆ। ਉਹਨਾਂ ਦਾ ਕਰੋਨਾ ਸੰਬੰਧੀ ਟੈਸਟ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਮੰਤਰੀ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਇਹ ਵੀ ਦੱਸਿਆ ਕਿ ਸਿਹਤ ਠੀਕ ਹੈ ਤੇ ਡਾਕਟਰ ਦੀ ਸਲਾਹ ਤੇ ਉਹ ਹਸਪਤਾਲ ਵਿੱਚ ਦਾਖਲ ਹੋ ਰਹੇ ਨੇ। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਮੇਰੇ ਸੰਪਰਕ ਵਿੱਚ ਆਏ ਸਾਰੇ ਲੋਕ ਕਰੋਨਾ ਟੈਸਟ ਕਰਵਾਉਣ ਅਤੇ ਇਕਾਂਤਵਾਸ ਵਿੱਚ ਚਲੇ ਜਾਣ। ਅਮਿਤਾਭ ਬੱਚਨ ਦਾ ਕੋਵਿਡ-19 ਟੈਸਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਉਹਨਾਂ ਦੇ ਪੁੱਤਰ ਅਭਿਸ਼ੇਕ ਬੱਚਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। 77 ਸਾਲਾ ਅਮਿਤਾਭ ਨਾਨਾਵਤੀ ਹਸਪਤਾਲ ਵਿੱਚ ਭਰਤੀ ਸਨ। ਖਬਰ ਉੱਤਰ ਪ੍ਰਦੇਸ਼ ਤੋਂ ਹੈ, ਜਿੱਥੇ ਯੋਗੀ ਆਦਿੱਤਿਆਨਾਥ ਸਰਕਾਰ ਦੇ ਵਿੱਚ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦੀ ਕਰੋਨਾ ਦੇ ਨਾਲ ਮੌਤ ਹੋ ਗਈ। ਕਰੋਨਾ ਵਾਇਰਸ ਕਰਕੇ ਉਹਨਾਂ ਨੂੰ ਸੰਜੇ ਗਾਂਧੀ ਪੀਜੀਆਈ ਲਖਨਊ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਕਮਲਾ ਦੀ ਮੌਤ ਦੀ ਪੁਸ਼ਟੀ ਐਸਜੀਪੀਜੀਆਈ ਦੇ ਸੀਐਮਐਸ ਡਾਕਟਰ ਅਮਿਤ ਅਗਰਵਾਲ ਨੇ ਕੀਤੀ। ਮੰਤਰੀ ਕਮਲ ਰਾਣੀ ਵਰੁਣ ਦੀ ਮੌਤ ਤੋਂ ਬਾਅਦ ਸੀਐਮ ਯੋਗੀ ਆਦਿੱਤਿਆਨਾਥ ਨੇ ਦੁੱਖ ਜ਼ਾਹਿਰ ਕੀਤਾ ਤੇ ਆਪਣਾ ਅਯੁੱਧਿਆ ਦੌਰਾ ਮੁਲਤਵੀ ਕਰ ਦਿੱਤਾ। ਕਮਲ ਰਾਣੀ ਨੂੰ ਪਹਿਲਾਂ ਹੀ ਸ਼ੂਗਰ, ਹਾਈਪਰਟੈਂਸ਼ਨ ਤੇ ਥਾਇਰਾਇਡ ਦੀਆਂ ਬਿਮਾਰੀਆਂ ਸਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਉਹਨਾਂ ਨੂੰ 30 ਜੁਲਾਈ ਨੂੰ ਇੱਥੇ ਦਾਖਲ ਕਰਵਾਇਆ ਗਿਆ ਸੀ। ਭਾਰਤ ਦਾ ਸਭ ਤੋਂ ਵੱਡਾ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਆਪਣੀ ਕਰਜ਼ੇ ਦੀ EMI ਨੂੰ ਲੈ ਕੇ ਇਸ ਹਫ਼ਤੇ ਕੋਈ ਵੱਡਾ ਫੈਸਲਾ ਲੈ ਸਕਦਾ ਹੈ। ਸੈਂਟਰਲ ਬੈਂਕ ਦੀ ਮੋਨੀਟਰੀ ਪਾਲਿਸੀ ਕਮੇਟੀ ਦੀ ਬੈਠਕ 4 ਅਗਸਤ ਤੋਂ ਸ਼ੁਰੂ ਹੋ ਕੇ 6 ਅਗਸਤ ਤੱਕ ਚੱਲੇਗੀ, ਜਿਸ ਵਿੱਚ ਰੈਪੋ ਰੇਟ ਨੂੰ ਲੈ ਕੇ ਫੈਸਲਾ ਹੋਵੇਗਾ। ਖਬਰ ਦਿੱਲੀ ਤੋਂ ਹੈ, ਦੱਸਣੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅਸੀਂ ਵੀ ਬਹੁਤ ਲਾਪਰਵਾਹੀਆਂ ਕਰਦੇ ਹਾਂ ਜਦੋਂ ਡਰਾਈਵਿੰਗ ਕਰਦੇ ਹਾਂ। ਦਿੱਲੀ ਦੇ ਪੌਸ਼ ਇਲਾਕਿਆਂ ਦੇ ਵਿੱਚੋਂ ਇੱਕ ਈਸਟ ਆਫ ਕੈਲਾਸ਼ ਦੇ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਫੈਸ਼ਨ ਡਿਜ਼ਾਈਨਰ ਨੇ ਆਪਣੀ BMW ਕਾਰ ਦੇ ਨਾਲ ਇੱਕ ਆਈਸਕ੍ਰੀਮ ਵਿਕਰੇਤਾ ਸਣੇ 4 ਲੋਕਾਂ ਨੂੰ ਟੱਕਰ ਮਾਰ ਦਿੱਤੀ। ਔਰਤ ਭਾਵੇਂ ਕਾਰ ਸਮੇਤ ਉੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਪੁਲਿਸ ਨੇ ਉਸ ਨੂੰ ਫੜ ਲਿਆ ਤੇ ਜ਼ਮਾਨਤ ਤੇ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਇਹ ਔਰਤ ਫਰੀਦਾਬਾਦ ਦੀ ਅਮਰ ਕਲੋਨੀ ਦੇ ਵਿੱਚ ਇੱਕ ਬੁਟੀਕ ਚਲਾਉਂਦੀ ਹੈ। ਔਰਤ ਨੇ ਆਪ ਹੀ ਘਟਨਾ ਬਾਰੇ ਦੱਸਿਆ ਕਿ ਜਦੋਂ ਉਹ ਕਾਰ ਦੇ ਵਿੱਚ ਆਈਸਕ੍ਰੀਮ ਖਾ ਰਹੀ ਸੀ ਤਾਂ ਕਾਰ ਉਸ ਵਕਤ ਸਟਾਰਟ ਸੀ। ਕਾਰ ਦੇ ਵਿੱਚ ਉਸਦਾ ਕੁੱਤਾ ਵੀ ਪਿਛਲੀ ਸੀਟ ਉੱਤੇ ਬੈਠਾ ਸੀ। ਤੇਜ਼ੀ ਨਾਲ ਉਸ ਦੇ ਉੱਤੇ ਛਾਲ ਮਾਰ ਕੇ ਆ ਗਿਆ ਤਾਂ ਕਾਹਲੀ ਵਿੱਚ ਉਸਦਾ ਪੈਰ ਗੇਅਰ ਤੇ ਵੱਜ ਗਿਆ ਤੇ ਕਾਰ ਨੇ 4 ਲੋਕਾਂ ਨੂੰ ਟੱਕਰ ਮਾਰ ਦਿੱਤੀ। ਗਲਤੀ ਨਾਲ ਨੱਪਿਆ ਐਕਸੀਲੇਟਰ 4 ਜਣਿਆਂ ਦੀ ਜਾਨ ਵੀ ਲੈ ਸਕਦਾ ਸੀ, ਪਰ ਹਲਕੀਆਂ ਸੱਟਾਂ ਲੱਗੀਆਂ ਤੇ ਬਚਾ ਰਿਹਾ। ਸੋ ਜਿਹੀਆਂ ਨਿੱਕੀਆਂ-ਨਿੱਕੀਆਂ ਗਲਤੀਆਂ ਨੇ ਪਰ ਕਿਸੇ ਦੀ ਜਾਨ ਦਾ ਵੱਡਾ ਨੁਕਸਾਨ ਕਰ ਸਕਦੀਆਂ ਨੇ, ਇਸ ਲਈ ਧਿਆਨ ਰੱਖਣਾ ਚਾਹੀਦਾ ਹੈ। ਪੂਰੀ ਦੁਨੀਆ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਅਫਗਾਨਿਸਤਾਨ ਤੋਂ ਹੈ, ਜਿੱਥੇ ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਅਸਦੁੱਲਾ ਮਾਰਿਆ ਗਿਆ। ਅਫਗਾਨਿਸਤਾਨ ਦੇ ਕੌਮੀ ਸੁਰੱਖਿਆ ਡਾਇਰੈਕਟੋਰੇਟ NDS ਨੇ ਕਿਹਾ ਕਿ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਦੇ ਖੁਫੀਆ ਮੁਖੀ ਅਸਦੁੱਲਾ ਉਰਕਜ਼ਈ ਨੂੰ ਮਾਰ ਦਿੱਤਾ ਗਿਆ। NDS ਮੁਤਾਬਿਕ ਉਰਕਜ਼ਈ ਅਫਗਾਨਿਸਤਾਨ ਦੇ ਵਿੱਚ ਕਈ ਫੌਜੀ ਅਤੇ ਨਾਗਰਿਕ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਵਿੱਚ ਸ਼ਾਮਿਲ ਸੀ। ਇਸ ਗਰੁੱਪ ਨੇ 25 ਮਾਰਚ ਨੂੰ ਕਾਬੁਲ ਦੇ ਗੁਰਦੁਆਰੇ ਉੱਤੇ ਹਮਲਾ ਕਰਕੇ ਘੱਟੋ-ਘੱਟ 25 ਸਿੱਖਾਂ ਦਾ ਕਤਲ ਕਰ ਦਿੱਤਾ ਸੀ। ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਉਰਕਜ਼ਈ ਵੀ ਸ਼ਾਮਿਲ ਸੀ। ਉਸ ਨੂੰ ਨਗਰਹਾਰ ਪ੍ਰਾਂਤ ਦੀ ਰਾਜਧਾਨੀ ਜਲਾਲਾਬਾਦ ਸ਼ਹਿਰ ਨੇੜੇ ਆਪਰੇਸ਼ਨ ਦੌਰਾਨ ਮਾਰ ਦਿੱਤਾ ਗਿਆ। ਜ਼ਿਆ ਉਰ ਰਹਿਮਾਨ ਨੂੰ ਅਸਦੁਲ ਉਰਕਜ਼ਈ ਕਰਕੇ ਜਾਣਿਆ ਜਾਂਦਾ ਸੀ। ਮੂਲ ਤੌਰ ਤੇ ਪਾਕਿਸਤਾਨੀ ਸੀ ਤੇ ISKP ਦੇ ਨੇਤਾ ਅਸਲਮ ਫਾਰੂਕੀ ਦਾ ਖਾਸ ਮੰਨਿਆ ਜਾਂਦਾ ਸੀ। ਅਗਲੀ ਖਬਰ ਵੀ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਹੈ ਪਰ ਭਾਰਤ ਤੋਂ ਆਈ ਹੈ। ਸਿਟੀਜ਼ਨਸ਼ਿਪ ਸੋਧ ਐਕਟ ਯਾਨੀ ਕਿ CAA ਲਾਗੂ ਹੋਣ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਵਜੋਂ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ 700 ਹੋਰ ਸਿੱਖਾਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਸਿੱਖਾਂ ਨੂੰ ਕਈ ਜਥਿਆਂ ਦੇ ਵਿੱਚ ਭਾਰਤ ਲਿਆਂਦਾ ਜਾਵੇਗਾ। 26 ਜੁਲਾਈ ਨੂੰ 11 ਸਿੱਖਾਂ ਦਾ ਪਹਿਲਾ ਜਥਾ ਭਾਰਤ ਪਹੁੰਚਿਆ ਸੀ ਤੇ ਇਹ ਸਿੱਖ ਪਰਿਵਾਰ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਖੇ ਠਹਿਰੇ ਹੋਏ ਨੇ, ਜਿੱਥੇ DSGMC ਇਹਨਾਂ ਦੇ ਰਹਿਣ ਸਹਿਣ ਦੇ ਪ੍ਰਬੰਧਾਂ ਦਾ ਇੰਤਜ਼ਾਮ ਕਰ ਰਹੀ ਹੈ। BJP ਦੇ ਕੌਮੀ ਸਕੱਤਰ RP ਸਿੰਘ ਨੇ ਦੱਸਿਆ ਕਿ ਪਹਿਲੇ ਜਥੇ ਤੋਂ ਬਾਅਦ ਤਕਰੀਬਨ 700 ਹੋਰ ਸਿੱਖਾਂ ਨੇ ਅਫਗਾਨਿਸਤਾਨ ਤੋਂ ਆਉਣ ਦੀ ਇੱਛਾ ਜ਼ਾਹਿਰ ਕੀਤੀ ਹੈ ਤੇ ਅਫਗਾਨਿਸਤਾਨ ਦੇ ਵਿੱਚ ਭਾਰਤੀ ਦੂਤ ਘਰ ਇਹਨਾਂ ਸਿੱਖਾਂ ਦੇ ਸੰਪਰਕ ਦੇ ਵਿੱਚ ਹੈ। ਇਹਨਾਂ ਸਾਰੇ ਸਿੱਖਾਂ ਨੂੰ ਭਾਰਤ ਲਿਆਉਣ ਦੀ
ਦੀ ਤਿਆਰੀ ਕੀਤੀ ਜਾ ਰਹੀ ਹੈ। ਆਰਪੀ ਸਿੰਘ ਨੇ ਦੱਸਿਆ ਕਿ ਅਫਗਾਨਿਸਤਾਨ ਵਿੱਚ ਰਹਿੰਦੇ ਇਹਨਾਂ ਸਿੱਖਾਂ ਦੇ ਬਹੁਤੇ ਰਿਸ਼ਤੇਦਾਰ ਦਿੱਲੀ ਦੇ ਤਿਲਕ ਨਗਰ ਵਿੱਚ ਰਹਿੰਦੇ ਨੇ, ਇਸ ਲਈ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਨ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆ ਰਹੀ। ਵਿਸ਼ਵ ਸਿਹਤ ਸੰਸਥਾ ਦੇ ਮੁਖੀ ਡਾਕਟਰ ਟੈਡਰੋਸ ਨੇ ਕਿਹਾ ਹੈ ਕਿ ਕੋਰੋਨਾ ਦੀ ਮਹਾਮਾਰੀ ਲੰਬੇ ਸਮੇਂ ਤੱਕ ਰਹਿਣ ਵਾਲੀ ਹੈ। 30 ਜਨਵਰੀ 2020 ਨੂੰ ਕੋਰੋਨਾ ਵਾਇਰਸ ਨੂੰ ਵਿਸ਼ਵ ਵਿਆਪੀ ਮਹਾਮਾਰੀ WHO ਨੇ ਹੀ ਐਲਾਨਿਆ ਸੀ ਤੇ WHO ਮੰਨਦੀ ਹੈ ਕਿ ਵਿਸ਼ਵ ਵਿਆਪੀ ਮਹਾਮਾਰੀ ਦੀ ਸਥਿਤੀ ਹਾਲੇ ਵੀ ਕਾਇਮ ਹੈ। ਡਾਕਟਰ ਟੈਡਰੋਸ ਕਹਿੰਦੇ ਨੇ ਕਿ ਜਿਹੜੇ ਮੁਲਕ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਦੇਸ਼ ਵਿੱਚੋਂ ਕੋਰੋਨਾ ਦਾ ਬੁਰਾ ਦੌਰ ਆ ਕੇ ਖਤਮ ਹੋ ਗਿਆ ਹੈ, ਉਹਨਾਂ ਦੇਸ਼ਾਂ ਵਿੱਚ ਹੀ ਹੁਣ ਕੋਰੋਨਾ ਦੀ ਲਾਗ ਦੇ ਜ਼ਿਆਦਾ ਮਾਮਲੇ ਮਿਲ ਰਹੇ ਨੇ ਤੇ ਜਿਨ੍ਹਾਂ ਦੇਸ਼ਾਂ ਵਿੱਚ ਸ਼ੁਰੂਆਤੀ ਹਫ਼ਤੇ ਵਿੱਚ ਵਾਇਰਸ ਦੇ ਘੱਟ ਮਾਮਲੇ ਸਾਹਮਣੇ ਆਏ, ਉੱਥੇ ਵੀ ਹੁਣ ਲਾਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ। 3 ਮਹੀਨਿਆਂ ਬਾਅਦ WHO ਵੱਲੋਂ ਫਿਰ ਤੋਂ ਅਜਿਹੀ ਬੈਠਕ ਬੁਲਾਈ ਜਾਏਗੀ ਕੋਰੋਨਾ ਵਾਇਰਸ ਦੀ ਸਥਿਤੀ ਦਾ ਮੁੜ ਜਾਇਜ਼ਾ ਲੈਣ ਦੇ ਲਈ। ਆਸਟ੍ਰੇਲੀਆ ਤੋਂ ਖਬਰ ਚੰਗੀ ਨਹੀਂ ਹੈ ਕਿਉਂਕਿ ਇੱਥੇ ਕਈ ਇਲਾਕਿਆਂ ਦੇ ਵਿੱਚ ਮੁੜ ਤੋਂ ਲਾਕਡਾਊਨ ਲਾ ਦਿੱਤਾ ਗਿਆ ਤੇ ਚਿੰਤਾ ਵਾਲੀ ਖਬਰ ਵਿਕਟੋਰੀਆ ਤੋਂ ਹੈ, ਜਿਸ ਨੂੰ ਡਿਜ਼ਾਸਟਰ ਸਟੇਟ ਐਲਾਨ ਦਿੱਤਾ ਗਿਆ। ਆਸਟ੍ਰੇਲੀਆ ਦੇ ਸੰਸਦ ਮੈਂਬਰ ਡੈਨੀਅਲ ਐਂਡਰਿਊ ਨੇ ਦੱਸਿਆ, ਦੁੱਖ ਜ਼ਾਹਿਰ ਕੀਤਾ ਹੈ ਕਿ ਆਸਟ੍ਰੇਲੀਆ ਵਿੱਚ ਜ਼ਿਆਦਾ ਵਿਕਟੋਰੀਅਨ ਲੋਕ ਕੋਰੋਨਾ ਵਾਇਰਸ ਦੇ ਇਲਾਜ ਲਈ ਹਸਪਤਾਲ ਦੇ ਬੈੱਡਾਂ ਉੱਤੇ ਹਨ ਤੇ ਕਈ ਵਿਕਟੋਰੀਅਨ ਤਾਂ ਮੌਤ ਦੇ ਕਰੀਬ ਆ ਗਏ ਨੇ, ਜਿਨ੍ਹਾਂ ਨੂੰ ਬਚਾਉਣਾ ਮੁਸ਼ਕਿਲ ਹੋ ਗਿਆ। ਇਸ ਕਰਕੇ ਅਜਿਹੀ ਸਥਿਤੀ ਨੂੰ ਰੋਕਣ ਲਈ ਸਖਤ ਉਪਰਾਲੇ ਕੀਤੇ ਜਾਣੇ ਜ਼ਰੂਰੀ ਨੇ। ਇਸ ਕਰਕੇ ਵਿਕਟੋਰੀਆ ਦੇ ਵਿੱਚ 2 ਅਗਸਤ ਸ਼ਾਮ 6 ਵਜੇ ਤੋਂ ਲੈ ਕੇ 2 ਸਤੰਬਰ 2020 ਤੱਕ ਸਖਤ ਤਰੀਕੇ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਵਿਕਟੋਰੀਆ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਜਨਤਕ ਸਿਹਤ ਦਿਸ਼ਾਵਾਂ ਦੀ ਪਾਲਣਾ ਕਰਵਾਉਣ ਤੇ ਉਹਨਾਂ ਦੀ ਪਾਲਣਾ ਕਰਵਾਉਣੀ ਯਕੀਨੀ ਬਣਾਉਣ। ਮੈਲਬਰਨ ਦੇ ਵਿੱਚ ਵੀ 2 ਅਗਸਤ ਨੂੰ ਸ਼ਾਮ 6 ਵਜੇ ਤੋਂ ਲੈ ਕੇ ਲੋਕਾਂ ਦੀ ਆਵਾਜਾਈ ਨੂੰ ਸੀਮਿਤ ਕਰਨ ਸਮੇਤ ਹੋਰ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਗਿਆ। 2 ਅਗਸਤ ਨੂੰ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਦਾ ਐਲਾਨ ਕੀਤਾ ਗਿਆ। ਮੈਲਬਰਨ ਦੇ ਵਿੱਚ ਇਸ ਕਰਫਿਊ ਦੇ ਵਿੱਚ ਸਿਰਫ ਸਿਹਤ ਸੰਬੰਧੀ ਸਹੂਲਤਾਂ ਨੂੰ ਪ੍ਰਵਾਨਗੀ ਦਿੱਤੀ ਜਾਏਗੀ। ਕਰਫਿਊ ਵਿੱਚ 2 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਘਰ ਦੇ ਜ਼ਰੂਰੀ ਸਮਾਨ ਦੀ ਖਰੀਦਦਾਰੀ ਕਰਨ ਲਈ ਪਰਿਵਾਰ ਦਾ ਇੱਕ ਮੈਂਬਰ ਹੀ ਕਿਸੇ ਦੁਕਾਨ ਤੇ ਜਾ ਸਕਦਾ ਹੈ। ਲੋਕਾਂ ਨੂੰ ਆਪਣੇ ਘਰ ਦੇ 5 ਕਿਲੋਮੀਟਰ ਦੇ ਘੇਰੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ। ਖਬਰ ਜਰਮਨੀ ਤੋਂ ਹੈ, ਜਿੱਥੇ ਕੋਰੋਨਾ ਵਾਇਰਸ ਕਾਰਨ ਲਾਈਆਂ ਗਈਆਂ ਪਾਬੰਦੀਆਂ ਦੇ ਵਿਰੋਧ ਵਿੱਚ ਹਜ਼ਾਰਾਂ ਮੁਜ਼ਾਹਰਾਕਾਰੀ ਬਰਲਿਨ ਦੀਆਂ ਸੜਕਾਂ ਉੱਤੇ ਨਿਕਲੇ। ਉਹਨਾਂ ਨੇ ਮਹਾਮਾਰੀ ਦਾ ਅੰਤ ਆਉਣ ਦੇ ਨਾਅਰੇ ਲਾਏ, ਜਦਕਿ ਦੂਸਰੇ ਪਾਸੇ ਸਰਕਾਰ ਵੱਲੋਂ ਨਵੇਂ ਕੇਸਾਂ ਵਿੱਚ ਵਾਧੇ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਲੋਕਾਂ ਦੀ ਭੀੜ ਬਰਲਿਨ ਦੇ ਵਿੱਚ ਸੀਟੀਆਂ ਤੇ ਚੀਕਾਂ ਮਾਰ ਰਹੀ ਸੀ ਤੇ ਕੁਝ ਕੁ ਹੀ ਲੋਕਾਂ ਨੇ ਮਾਸਕ ਪਹਿਨਿਆ ਹੋਇਆ ਸੀ। ਉਹਨਾਂ ਨੇ ਡਾਊਨਟਾਊਨ ਬਰਲਿਨ ਤੋਂ ਲੈ ਕੇ ਬ੍ਰੈਂਡਨਬਰਗ ਗੇਟ ਤੱਕ ਮਾਰਚ ਕੀਤਾ। ਲੋਕਾਂ ਨੇ ਬੁਨਿਆਦੀ ਅਧਿਕਾਰਾਂ ਦੇ ਹੱਕ ਵਿੱਚ ਵੀ ਨਾਅਰੇ ਲਾਏ। ਉਹਨਾਂ ਕਿਹਾ ਕਿ ਪਾਬੰਦੀਆਂ ਥੋਪੀਆਂ ਜਾ ਰਹੀਆਂ ਨੇ ਤੇ ਆਜ਼ਾਦੀ ਖੋਹੀ ਜਾ ਰਹੀ ਹੈ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਕੋਰੋਨਾ ਵਾਇਰਸ ਨੂੰ ਲੈ ਕੇ ਜੋ ਸਾਵਧਾਨੀਆਂ ਦੱਸੀਆਂ ਗਈਆਂ ਨੇ ਉਹਨਾਂ ਦੀ ਪਾਲਣਾ ਜ਼ਰੂਰ ਕਰਦੇ ਰਹੋ। ਜੁਰਮਾਨਿਆਂ ਤੋਂ ਬਚ ਕੇ ਰਹੋ। ਨਿੱਕੀਆਂ ਗੱਲਾਂ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਹੈ, ਸੋ ਉਹਨਾਂ ਦੀ ਪਾਲਣਾ ਕਰ ਲਓ, ਬਸ਼ਰਤੇ ਕਿ ਜੁਰਮਾਨੇ ਫालतू ਸਰਕਾਰ ਨੂੰ ਦੇਣ ਨਾਲੋਂ। ਕੋਰੋਨਾ ਵਾਇਰਸ ਇੱਕ ਸਰੀਰਕ ਬਿਮਾਰੀ ਹੈ, ਇਸ ਨੂੰ ਮਨ ਦੇ ਵਿੱਚ ਨਾ ਵਾੜੀਏ। ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਹੀਏ। ਧੰਨਵਾਦ।